ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦਾ ਬੱਚਾ ਬੱਚਾ ਕੌਡੇ ਦਾ ਨਾਮ ਜਾਣਦਾ ਹੈ, ਪਰ ਅਸੀਂ ਇਸ ਨੂੰ ਰਾਖਸ਼ ਆਖ ਕੇ ਅਨਭੋਲ ਜਿਹੇ ਉਹੀ ਗਲਤੀ ਕਰ ਰਹੇ ਹਾਂ ਜੋ ਅੱਜ ਤੋਂ ਸਦੀਆਂ ਪਹਿਲਾਂ ਆਰੀਆ ਲੋਕ ਜਾਣ ਬੁੱਝ ਕੇ ਕਰ ਰਹੇ ਸਨ। ਸਾਰੀ ਖਲਕਤ ਵਿੱਚ ਇੱਕ ਕਰਤਾਰ ਨੂੰ ਵੇਖਣ ਵਾਲੇ ਅਤੇ ਨੀਵੇਂ ਤੋਂ ਨੀਵਾਂ ਜੀਵਨ ਬਤੀਤ ਕਰਨ ਉੱਤੇ ਮਜਬੂਰ ਕੀਤੇ ਹੋਏ ਬੰਦਿਆਂ ਨਾਲ ਵੀ ਪਿਆਰ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲੇਵਾ ਸਿੱਖ ਨੂੰ ਇਹ ਨਹੀਂ ਸ਼ੋਭਦਾ ਕਿ ਉਹ ਭੀਲਾਂ ਨੂੰ ਰਾਖਸ਼ ਆਖੇ। ਕਿਸ ਦਾ ਜੀ ਕਰਦਾ ਹੈ ਭੁੱਖ ਨਾਲ ਮਰਨ ਨੂੰ। ਭੀਲ ਕਰਾਤ ਦਰਾਵੜੀ ਵੀ ਸਾਡੇ ਵਰਗੇ ਹੀ ਮਨੁੱਖ ਸਨ। ਜਦੋਂ ਉਹਨਾਂ ਨੂੰ ਅੰਨ ਉਪਜਾਊ ਧਰਤੀ ਤੋਂ ਨਿਕਲਣ 'ਤੇ ਮਜਬੂਰ ਕੀਤਾ ਗਿਆ ਤੇ ਇਸ ਤਰ੍ਹਾਂ ਭੁੱਖ ਤੇ ਮੌਤ ਦਾ ਟਾਕਰਾ ਕਰਨਾ ਪਿਆ ਤਾਂ ਉਹ ਇਸ ਤੋਂ ਛੁੱਟ ਹੋਰ ਕੀ ਕਰਦੇ ਕਿ ਜਦੋਂ ਕਦੇ ਆਰੀਆ ਲੋਕਾਂ ਵਿੱਚੋਂ ਕੋਈ ਬੰਦਾ ਉਹਨਾਂ ਦੇ ਢਹੇ ਚੜ੍ਹ ਜਾਏ ਤਾਂ ਉਸ ਦੇ ਮਾਸ ਨਾਲ ਹੀ ਆਪਣੇ ਭੁੱਖੇ ਢਿੱਡ ਨੂੰ ਝੁਲਕਾ ਦੇ ਲੈਣ। ਪਰ ਵੇਖੋ ਦਲੇਰੀ ਤੇ ਮਨੁੱਖੀ ਪਿਆਰ ਗੁਰੂ ਨਾਨਕ ਪਾਤਸ਼ਾਹ ਦਾ। ਇਹ ਦੋ ਪਿਆਰ ਭਰੇ ਦਿਲ ਵਾਲੇ ਜਿਉੜੇ ਮਾਨਸ ਖਾਣੇ ਬੰਦਿਆਂ ਨਾਲ ਪਿਆਰ ਕਰਨ ਲਈ ਉਹਨਾਂ ਦੇ ਸੈਂਕੜੇ ਮੀਲਾਂ ਦੇ ਜੰਗਲੀ ਪਹਾੜੀ ਬੰਜਰ ਦੇਸ਼ ਵਿੱਚੋਂ ਦੀ ਲੰਘਦੇ ਹਨ। ਜਿਵੇਂ ਐਮਨਾਬਾਦ ਤੋਂ ਤੁਰ ਕੇ ਪਿੰਡ ਪਿੰਡ ਅਟਕ ਕੇ ਸਹੀ ਮਨੁੱਖਤਾ ਦਾ ਪ੍ਰਚਾਰ ਕਰਦੇ ਆ ਰਹੇ ਸਨ, ਤਿਵੇਂ ਭੀਲਾਂ ਦੇ ਹਰੇਕ ਪਿੰਡ ਵਿੱਚ ਵੀ ਭਾਈ ਮਰਦਾਨੇ ਦੀ ਵੱਜਦੀ ਰਬਾਬ ਨਾਲ ਆਪਣੀ ਮਿੱਠੀ ਸੁਰ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਨੇ ਕੀਰਤਨ ਦੀ ਰਾਹੀਂ ਉਹਨਾਂ ਲੋਕਾਂ ਦੀ ਸੁਰਤ ਨੂੰ ਉੱਚਿਆਂ ਕੀਤਾ। ਕਈ ਥਾਈਂ ਜਿੰਦ ਉੱਤੇ ਵਾਰ ਕਰਨ ਲਈ ਭੀਲਾਂ ਦਾ ਆਉਣਾ ਵੀ ਕੁਦਰਤੀ ਸੀ, ਪਰ ਸੂਰਮੇ ਮਰਦ ਦੇ ਚਿਹਰੇ ਉੱਤੇ ਰੱਬੀ ਨੂਰ ਤੇ ਖਲਕਤ ਦੇ ਪਿਆਰ ਦੀ ਝਲਕ ਵੇਖ ਕੇ ਉਹਨਾਂ ਲੋਕਾਂ ਦੇ ਸਿਰ ਨਿਊ ਜਾਣੇ ਵੀ ਕੁਦਰਤੀ ਗੱਲ ਸੀ। ਅਨੇਕਾਂ ਭੀਲ ਆਏ, ਦਰਸ਼ਨ ਕਰਕੇ ਤੇ ਰੱਬੀ ਸੁਨੇਹਾ ਸੁਣ ਕੇ ਸੁਭਾਗੇ ਬਣਦੇ ਗਏ। ਪਰ ਸਭ ਤੋਂ ਵੱਡੀ ਸੁਭਾਗਤਾ ਕੌਡੇ ਦੇ ਹਿੱਸੇ ਆਉਣੀ ਸੀ, ਜਿਸ ਦਾ ਨਾਮ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਬਰਕਤ ਨਾਲ ਸਦਾ ਲਈ ਅਟੱਲ ਹੋ ਗਿਆ। ਸਿੱਖ ਇਤਿਹਾਸ ਲਿਖਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਭੀਲਾਂ ਦੇ ਇਲਾਕੇ ਵਿੱਚੋਂ ਦੀ ਲੰਘਦੇ ਹੋਏ ਕਿਤੇ ਉਜਾੜ ਜਿਹੀ ਵਿੱਚ ਪਹੁੰਚੇ, ਭਾਈ ਮਰਦਾਨਾ ਕਿਸੇ ਕਾਰਨ ਸਤਿਗੁਰ ਜੀ ਤੋਂ ਰੱਤਾ ਲਾਂਭੇ ਦੁਰੇਡੇ ਚਲਾ ਗਿਆ ਤਾਂ ਕੌਡੇ ਨੇ ਉਸ ਨੂੰ ਫੜ ਲਿਆ। ਮਰਦਾਨੇ ਦੇ ਕੁਝ ਚਿਰ ਨਾ ਪਹੁੰਚਣ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਦੀ ਭਾਲ ਕਰਨੀ ਆਰੰਭ ਕੀਤੀ। ਉਹ ਇਸ ਇਲਾਕੇ ਦੇ ਸਾਰੇ ਖਤਰਿਆਂ ਤੋਂ ਜਾਣੂ ਹੋ ਚੁੱਕੇ ਸਨ। ਭਾਲ ਕਰਦਿਆਂ ਸਤਿਗੁਰ ਜੀ ਨੇ ਮਰਦਾਨੇ ਨੂੰ ਕੌਡੇ ਦੇ ਕਬਜ਼ੇ ਵਿੱਚ ਜਾ ਲੱਭਿਆ। ਕੌਡਾ ਮਨੁੱਖਤਾ ਦੀ ਅਤ ਨੀਵੀਂ ਪੱਧਰ 'ਤੇ ਅੱਪੜ ਚੁੱਕਿਆ ਸੀ। ਸਾਊ ਸਮਾਜ ਦਾ ਜੇ ਕੋਈ ਭੁੱਲਿਆ ਭਟਕਿਆ ਬੰਦਾ ਉਸ ਦੇ ਤਰੇਟੇ ਚੜ੍ਹਦਾ ਸੀ ਤਾਂ ਉਸ ਨੂੰ ਮਾਰ ਕੇ ਖਾਣੋਂ ਵੀ ਫਰਕ ਨਹੀਂ ਸੀ ਕਰਦਾ। ਪਰ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦਾ ਜਲਾਲ ਤੱਕ ਕੇ ਉਸ ਦੇ ਦਿਲ ਦੀ ਕਠੋਰਤਾ ਦੂਰ ਹੋ ਗਈ ਸੀ। ਸਤਿਗੁਰੂ ਜੀ ਨੇ ਉਸ ਨੂੰ ਸਾਊ ਸਮਾਜ ਦੇ ਅਨਿਆਏ ਭਰੇ ਸਲੂਕ ਦਾ ਮਰਦਾਂ ਵਾਂਗ ਟਾਕਰਾ ਕਰਕੇ ਜਿਉਣ ਦਾ ਵੱਲ ਸਿਖਾਇਆ ਅਤੇ ਆਦਮਖੋਰੀ ਦੇ ਘੋਰ ਕੁਕਰਮ ਵੱਲੋਂ ਹਟਾਇਆ। ਕੌਡੇ ਭੀਲ ਦੀ ਸਾਖੀ ਸਿੱਖ ਇਤਿਹਾਸ ਵਿੱਚ ਇੱਕ ਅਦੁੱਤੀ ਚਾਨਣ ਮੁਨਾਰਾ ਹੈ। ਜੰਗਲੀ ਪਹਾੜੀ ਖਤਰੇ ਭਰਿਆ ਇਲਾਕਾ, ਆਪਣੇ ਵਤਨ ਤੋਂ ਹਜ਼ਾਰਾਂ ਮੀਲਾਂ ਦੀ ਵਿੱਥ, ਓਪਰੇ ਲੋਕ, ਨਾ ਕਿਸੇ ਨਾਲ ਜਾਣ ਨਾ ਪਛਾਣ, ਆਦਮਖੋਰ ਡਾਕੂਆਂ ਤੋਂ ਹਰ ਵੇਲੇ ਜਿੰਦ ਉੱਤੇ ਵਾਰ ਹੋਣ ਦੀ ਸੰਭਾਵਨਾ, ਸਾਥੀ ਦਾ ਉਹਨਾਂ ਦੇ ਕਾਬੂ ਵਿੱਚ ਆ ਜਾਣਾ, ਜਿਨ੍ਹਾਂ ਅਜਿਹੇ ਘੋਰ ਨਿਰਦਈ ਡਾਕੂਆਂ ਨੂੰ ਫੜਨ ਲਈ ਦੇਸ਼ਾਂ ਦੀਆਂ ਸਰਕਾਰਾਂ ਪੁਲਿਸ ਤੇ ਫੌਜ ਦੇ ਜਥੇ ਭੇਜ ਕੇ ਸਫਲਤਾ ਦੀ ਆਸ ਨਾ ਰੱਖਣ, ਉਹਨਾਂ ਦੇ ਕਬਜ਼ੇ ਵਿੱਚੋਂ ਭਾਈ ਮਰਦਾਨੇ ਨੂੰ ਲੱਭਣ ਲਈ ਸੂਰਮੇ ਮਰਦ ਗੁਰੂ ਨਾਨਕ ਪਾਤਸ਼ਾਹ ਦਾ ਇਕੱਲੇ ਹੀ ਬੇਹਥਿਆਰੇ ਉਹਨਾਂ ਦੇ ਖਤਰਨਾਕ ਗੜ੍ਹ ਵੱਲ ਤੁਰ ਪੈਣਾ, ਇਹ ਇੱਕ ਐਸੀ ਬੇਮਿਸਾਲ ਨਿਰਭੈਤਾ ਤੇ ਸੂਰਮਤਾ ਹੈ
ਜਿਸ ਦਾ ਗੁਰੂ ਨਾਨਕ ਪਾਤਸ਼ਾਹ ਦੇ ਹਰੇਕ ਨਾਮ ਲੇਵਾ ਸਿੱਖ ਨੂੰ ਸਦਾ ਫਖਰ ਰਹਿਣਾ ਚਾਹੀਦਾ ਹੈ। ਉਹ ਕਿਹੜਾ ਹਥਿਆਰ ਸੀ ਜਿਸ ਦਾ ਸਦਕਾ ਸਤਿਗੁਰੂ ਜੀ ਇੱਕ ਅਤ ਭਿਆਨਕ ਖਤਰੇ ਦਾ ਟਾਕਰਾ ਕਰਨ ਲਈ ਤੁਰ ਪਏ ਸਨ। ਵੈਰ ਨੂੰ ਵੈਰ ਕਦੇ ਨਹੀਂ ਕੱਟ ਸਕਦਾ ਅਤੇ ਨਾ ਹੀ ਨਿਰਦੈਤਾ ਨੂੰ ਨਿਰਦੈਤਾ ਜਿੱਤ ਸਕਦੀ ਹੈ। ਗੁਰੂ ਨਾਨਕ ਪਾਤਸ਼ਾਹ ਪਾਸ ਸਰਬ ਵਿਆਪੀ ਖਾਲਕ ਦੀ ਯਾਦ ਅਤੇ ਉਸ ਦੀ ਖਲਕਤ ਨਾਲ ਪਿਆਰ ਹਮਦਰਦੀ ਦੀ ਢਾਲ ਸੀ। ਸਤਿਗੁਰੂ ਜੀ ਨੇ ਇੱਥੇ ਵਸਣ ਵਾਲੇ ਸਾਰੇ ਭੀਲਾਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾ ਕੇ ਕੁੜਾਪੇ ਤੋਂ ਰਾਮੇਸ਼ਵਰ ਵੱਲ ਦਾ ਰੁਖ ਕਰ ਲਿਆ। ਕੁੜਾਪੇ ਤੋਂ ਰਾਮੇਸ਼ਵਰ ਤਕਰੀਬਨ 450 ਮੀਲ ਹੈ। ਰਾਮੇਸ਼ਵਰ ਤੱਕ ਪੂਰਬੀ ਸਮੁੰਦਰ ਦੇ ਕੰਢੇ ਕੰਢੇ ਭੀਲ ਨਿਸ਼ਾਦ ਲੋਕ ਹੀ ਵਸਦੇ ਹਨ। ਇਹਨਾਂ ਲੋਕਾਂ ਵਿੱਚ ਕਿਤੇ ਕਿਤੇ ਜੋਗੀਆਂ ਨੂੰ ਆਪਣੇ ਮੱਠ ਬਣਾਏ ਹੋਏ ਸਨ। ਰਮਤੇ ਜੋਗੀ ਹਿਮਾਲਾ ਪਰਬਤ ਤੋਂ ਲੈ ਕੇ ਰਾਮੇਸ਼ਵਰ ਤੱਕ ਚੱਕਰ ਲਾ ਆਉਂਦੇ ਸਨ। ਹਰ ਥਾਂ ਉਸ ਭੇਖ ਦੀ ਪੂਜਾ ਮਾਨਤਾ ਹੁੰਦੀ ਸੀ। ਕੁੜਾਪੇ ਤੋਂ ਅਗਾਂਹ ਪਾਲੀਪੁਰ ਜੋਗੀਆਂ ਦਾ ਮੱਠ ਸੀ। ਉੱਥੇ ਟਿਕੇ ਹੋਏ ਕਈ ਜੋਗੀ ਅੱਗੇ ਹੀ ਗੁਰੂ ਨਾਨਕ ਦੇਵ ਜੀ ਨੂੰ ਤਲਵੰਡੀ ਅਤੇ ਗੋਰਖਮਤੇ ਆਦਿਕ ਸਥਾਨਾਂ 'ਤੇ ਮਿਲ ਚੁੱਕੇ ਸਨ। ਜਿੱਥੇ ਕਿਤੇ ਵੀ ਜੋਗੀ ਸਤਿਗੁਰੂ ਜੀ ਨੂੰ ਮਿਲਦੇ ਸਨ, ਤੁਰੰਤ ਚਰਚਾ ਛੇੜ ਲੈਂਦੇ ਸਨ ਜਾਂ ਕੋਈ ਅੜਾਉਣੀ ਪੇਸ਼ ਕਰ ਦਿੰਦੇ। ਉਹਨਾਂ ਦਾ ਭਾਵ ਸਦਾ ਇਹ ਹੁੰਦਾ ਸੀ ਕਿ ਆਪਣੇ ਸੇਵਕਾਂ ਸ਼ਰਧਾਲੂਆਂ ਦੇ ਸਾਹਮਣੇ ਕਿਸੇ ਵੀ ਤਰ੍ਹਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਹੇਠੀ ਵਿਖਾ ਸਕੀਏ, ਤਾਂ ਕਿ ਸਾਡੇ ਸੇਵਕਾਂ ਦੇ ਮਨਾਂ ਵਿੱਚ ਸਾਡੇ ਵਾਸਤੇ ਹੋਰ ਉੱਚੀ ਥਾਂ ਬਣ ਸਕੇ। ਸਿੱਖ ਇਤਿਹਾਸ ਲਿਖਦਾ ਹੈ ਕਿ ਪਾਲੀਪੁਰ ਦੇ ਜੋਗੀਆਂ ਨੇ ਸਤਿਗੁਰੂ ਜੀ ਨੂੰ ਤਿਲਾਂ ਦਾ ਇੱਕ ਦਾਣਾ ਭੇਟ ਕੀਤਾ। ਮਨ ਵਿੱਚ ਧਾਰਿਆ ਕਿ ਵੇਖੀਏ ਤਾਂ ਸਹੀ ਇਹ ਇੱਕ ਦਾਣਾ ਸਭਨਾਂ ਵਿੱਚ ਕਿਵੇਂ ਵਰਤਾਉਂਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਤਿਲਾਂ ਦਾ ਉਹ ਦਾਣਾ ਪਾਣੀ ਵਿੱਚ ਘੁਟਵਾ ਕੇ ਸਭ ਨੂੰ ਵੰਡ ਦਿੱਤਾ। ਉੱਥੇ ਹੁਣ ਸਤਿਗੁਰੂ ਜੀ ਦਾ ਤਿਲਗੰਜੀ ਨਾਮਕ ਸਥਾਨ ਬਣਿਆ ਹੋਇਆ ਹੈ। ਪਾਲੀਪੁਰ ਤੋਂ ਤਿਰੂਪਤੀ, ਕਾਂਜੀਵਰਮ, ਪਾਂਡੀਚਰੀ, ਕੁੰਭਕੋਨਮ, ਤੰਜੋਰ, ਤ੍ਰਿਚਨਾਪਲੀ, ਪਾਲਮਕੋਟਾ ਆਦਿਕ ਨਗਰਾਂ ਤੋਂ ਹੁੰਦੇ ਹੋਏ ਸਤਿਗੁਰੂ ਜੀ ਮਦੂਰੇ ਪਹੁੰਚੇ। ਪਾਲਮਕੋਟੇ ਗਣੇਸ਼ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ। ਮਦੂਰੇ ਵਿੱਚ ਮੀਨਾਚੀ ਦੇਵੀ ਦਾ ਬੜਾ ਪ੍ਰਸਿੱਧ ਮੰਦਰ ਬਣਿਆ ਹੋਇਆ ਹੈ। ਤੰਜੌਰ ਪਾਂਡੀਚਰੀ ਤੋਂ 100 ਕੁ ਮੀਲ ਦੱਖਣ ਪੱਛਮ ਪਾਸੇ ਹੈ। ਇੱਥੋਂ ਦੇ ਲੋਕ ਵਿਸ਼ਨੂੰ ਦੀ ਮੂਰਤੀ ਪਦਮਨਾਭ ਦੀ ਪੂਜਾ ਕਰਦੇ ਸਨ। ਇੱਕ ਮੰਦਰ ਬਣਿਆ ਹੋਇਆ ਸੀ ਜਿਸ ਵਿੱਚ ਪਦਮਨਾਭ ਦੀ 18 ਗਜ਼ ਲੰਮੀ ਮੂਰਤੀ ਬਣੀ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਮੂਰਤੀ ਪੂਜਾ ਵੱਲੋਂ ਹਟਾ ਕੇ ਇੱਕ ਪਰਮਾਤਮਾ ਦੀ ਭਗਤੀ ਵੱਲ ਪ੍ਰੇਰਿਆ। ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਮੂਰਤੀ ਪੂਜਾ ਵੱਲੋਂ ਹਟਾ ਕੇ ਇੱਕ ਪਰਮਾਤਮਾ ਦੀ ਭਗਤੀ ਵੱਲ ਪ੍ਰੇਰਿਆ ਜੋ ਸਭ ਜੀਵਾਂ ਵਿੱਚ ਵਿਆਪਕ ਹੈ। ਤੰਜੌਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਸੁੰਦਰ ਧਰਮਸ਼ਾਲ ਬਣੀ ਹੋਈ ਹੈ। ਮਦੂਰੇ ਤੋਂ ਰਾਮੇਸ਼ਵਰ 100 ਮੀਲ ਦੇ ਕਰੀਬ ਦੱਖਣ ਪੂਰਬ ਪਾਸੇ ਪਾਮਬਨ ਦਵੀਪ ਵਿੱਚ ਇੱਕ ਪ੍ਰਸਿੱਧ ਹਿੰਦੂ ਮੰਦਰ ਹੈ। ਜ਼ਿਲ੍ਹਾ ਹੈ ਰਾਮਾਨਾਦ। ਹਿੰਦੂਆਂ ਦਾ ਨਿਸ਼ਚਾ ਹੈ ਕਿ ਇੱਥੇ ਸ਼੍ਰੀ ਰਾਮ ਚੰਦਰ ਜੀ ਨੇ ਪੁਲ ਬੰਨ੍ਹਣ ਸਮੇਂ ਸ਼ਿਵਲਿੰਗ ਸਥਾਪਨ ਕੀਤਾ ਸੀ। ਉਸ ਮੰਦਰ ਦੇ ਨਾਮ ਦੇ ਇਲਾਕੇ ਦੀ ਬਸਤੀ ਦਾ ਨਾਂ ਵੀ ਰਾਮੇਸ਼ਵਰ ਹੀ ਹੈ। ਮੰਦਰ 100 ਫੁੱਟ ਉੱਚਾ ਹੈ ਅਤੇ ਸ਼ਿਵਲਿੰਗ 16 ਉਂਗਲ ਉੱਚਾ ਕਾਲੇ ਪੱਥਰ ਦਾ ਹੈ। ਰਾਮੇਸ਼ਵਰ ਦੀ ਪਹਿਲੀ ਯਾਤਰਾ ਚੇਤ ਸੁਦੀ ਪੰਚਮੀ ਨੂੰ ਸੀ। ਈਸਵੀ ਸਨ 1511 ਵਿੱਚ ਇਹ ਦਿਨ ਮਾਰਚ ਦੀ ਤਕਰੀਬਨ 5 ਤਰੀਕ ਨੂੰ ਸੀ। ਗੁਰੂ ਨਾਨਕ ਸਾਹਿਬ ਜੀ 5 ਮਾਰਚ ਸਨ 1511 ਨੂੰ ਰਾਮੇਸ਼ਵਰ ਸਨ। ਉੱਥੋਂ ਆਪ ਸਿੰਗਲਾ ਦੀਪ ਨੂੰ ਚੱਲ ਪਏ। ਸਿੰਗਲਾ ਦੀਪ ਨੂੰ ਸੀਲੋਨ ਜਾਂ ਲੰਕਾ ਵੀ ਆਖਦੇ ਹਨ। ਇਹ ਇੱਕ ਟਾਪੂ ਹੈ ਜੋ ਰਾਮੇਸ਼ਵਰ ਤੋਂ ਸਿਰਫ 14 ਕੁ ਮੀਲਾਂ ਦੀ ਵਿੱਥ ਉੱਤੇ ਪੈਂਦਾ ਹੈ। ਇਹ 14 ਮੀਲਾਂ ਦਾ ਸਫ਼ਰ
ਜਹਾਜ਼ 'ਤੇ ਕਰਨਾ ਪੈਂਦਾ ਹੈ। ਸਿੰਗਲਾ ਦੀਪ ਦੇ ਮੱਧ ਪ੍ਰਾਂਤ ਵਿੱਚ ਪਹਾੜ ਹਨ। ਦੁਆਲੇ ਦਾ ਸਮੁੰਦਰੀ ਕੰਢਾ ਮੈਦਾਨੀ ਇਲਾਕਾ ਹੈ। ਇਹ ਟਾਪੂ 267 ਮੀਲ ਲੰਬਾ ਹੈ ਤੇ 137 ਮੀਲ ਚੌੜਾ। ਅਰਬ ਆਦਿਕ ਦੇਸ਼ਾਂ ਦਾ ਬਰਮਾ, ਚੀਨ ਆਦਿਕ ਦੇਸ਼ਾਂ ਨਾਲ ਸਮੁੰਦਰੀ ਵਪਾਰ ਲੰਕਾ ਦੇ ਰਸਤੇ ਹੀ ਹੁੰਦਾ ਆਇਆ ਹੈ। ਪੁਰਾਣੇ ਸਮਿਆਂ ਤੋਂ ਹੀ ਲੰਕਾ ਦਾ ਕੋਲੰਬੋ ਸ਼ਹਿਰ ਬੜੀ ਪ੍ਰਸਿੱਧ ਬੰਦਰਗਾਹ, ਇੱਕ ਸਮੁੰਦਰੀ ਅੱਡਾ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਚੇਤ ਸੁਦੀ ਪੰਚਮੀ ਚੇਤਰ ਦੀ ਤਕਰੀਬਨ 7 ਤਰੀਕ ਤੋਂ ਪਿੱਛੋਂ ਰਾਮੇਸ਼ਵਰ ਤੋਂ ਚੱਲ ਕੇ ਸਿੰਗਲਾ ਦੀਪ ਵਿੱਚ ਪਹੁੰਚੇ। ਪੱਛਮੀ ਤੇ ਉੱਤਰੀ ਇਲਾਕੇ ਤੋਂ ਹੁੰਦੇ ਹੋਏ ਪੂਰਬ ਪਾਸੇ ਸ਼ਹਿਰ ਤ੍ਰਿਣਕੋਮਾਲੀ ਅੱਪੜੇ। ਇੱਥੋਂ ਮੱਧ ਪ੍ਰਾਂਤ ਦੇ ਸ਼ਹਿਰ ਮਟੀਆ ਕਲਮ ਗਏ। ਇਹ ਸ਼ਹਿਰ ਤ੍ਰਿਣਕੋਮਾਲੀ ਤੋਂ ਦੱਖਣ ਪੱਛਮ ਪਾਸੇ 100 ਮੀਲ ਦੇ ਕਰੀਬ ਹੈ। ਅੱਜ ਕੱਲ੍ਹ ਇਸ ਦਾ ਨਾਮ ਮਟਾਲੇ ਹੈ। ਇਹ ਸੀ ਰਾਜਾ ਸ਼ਿਵਨਾਭ ਦੀ ਰਾਜਧਾਨੀ। ਉਸ ਵੇਲੇ ਤੱਕ ਸਿੰਗਲਾ ਦੀਪ 7 ਦੇ ਥਾਂ 18 ਰਜਵਾੜਿਆਂ ਵਿੱਚ ਵੰਡਿਆ ਜਾ ਚੁੱਕਿਆ ਸੀ। ਆਪੋ ਵਿੱਚ ਇਹਨਾਂ ਦੀ ਖਿੱਚੋਤਾਣ ਵੀ ਰਹਿੰਦੀ ਸੀ, ਜਿਸ ਕਰਕੇ ਗਰੀਬ ਪ੍ਰਜਾ ਨੂੰ ਕਈ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮਟੀਆ ਕਲਮ ਤੋਂ 20 ਕੁ ਮੀਲ ਦੱਖਣ ਪਾਸੇ ਕੈਂਡੀ ਜਾਂ ਖੰਡੀ ਸ਼ਹਿਰ ਹੈ। ਸੁਲਤਾਨਪੁਰ ਲੋਧੀ ਵਿਖੇ ਸਤਿਗੁਰ ਜੀ ਦੀ ਸੰਗਤ ਮਾਣਨ ਵਾਲਾ ਲਾਹੌਰ ਨਿਵਾਸੀ ਮਨਸੁਖ ਇਹਨਾਂ ਸ਼ਹਿਰਾਂ ਵਿੱਚ ਵੀ ਵਪਾਰ ਕਰਨ ਲਈ ਆਇਆ ਕਰਦਾ ਸੀ। ਸੰਨ 1505 ਵਿੱਚ ਉਸਨੇ ਸੁਲਤਾਨਪੁਰ ਪਹੁੰਚ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਜੀਵਨ ਦਾ ਸੁਚੱਜਾ ਰਾਹ ਸਿੱਖਿਆ ਤੇ ਉਸ ਤੋਂ ਪਿੱਛੋਂ ਫਿਰ ਵਪਾਰ ਕਰਨ ਵਾਸਤੇ ਸਿੰਗਲਾ ਦੀਪ ਗਿਆ। ਉਸ ਦੇ ਜਾਣੂ ਪਛਾਣੂ ਬੰਦਿਆਂ ਨੇ ਉਸ ਦੀ ਜੀਵਨ ਜੁਗਤ ਵਿੱਚ ਬੜਾ ਫਰਕ ਦੇਖਿਆ। ਹਿੰਦੂ ਸੰਸਕ੍ਰਿਤੀ ਦੇ ਅਸਰ ਹੇਠ ਉਹ ਲੋਕ ਇਕਾਦਸ਼ੀ ਆਦਿਕ ਦੇ ਵਰਤ ਰੱਖਦੇ ਸਨ, ਪਰ ਭਾਈ ਮਨਸੁਖ ਇਹਨਾਂ ਗੱਲਾਂ ਨੂੰ ਛੱਡ ਚੁੱਕਾ ਹੋਇਆ ਸੀ। ਦੂਰੋਂ ਦੂਰੋਂ ਆਏ ਸੁਦਾਗਰਾਂ ਦੀ ਸਾਂਝ ਅਸਥਾਨੀ ਰਾਜਿਆਂ ਨਾਲ ਬਣ ਹੀ ਜਾਂਦੀ ਹੈ, ਕਿਉਂਕਿ ਉਹ ਆਪਣੇ ਵਤਨ ਦੀਆਂ ਅਨੋਖੀਆਂ ਸ਼ੈਆਂ ਰਾਜਿਆਂ ਨੂੰ ਭੇਟ ਕਰਕੇ ਆਪਣੇ ਵਪਾਰ ਲਈ ਸਹੂਲਤਾਂ ਹਾਸਲ ਕਰਦੇ ਹਨ। ਰਾਜਾ ਸ਼ਿਵਨਾਭ ਨੂੰ ਇਸ ਤਰ੍ਹਾਂ ਭਾਈ ਮਨਸੁਖ ਪਾਸੋਂ ਗੁਰੂ ਨਾਨਕ ਸਾਹਿਬ ਜੀ ਦੇ ਮਤ ਦੀ ਸੂਝ ਪਈ ਸੀ। ਮਨਸੁਖ ਨੇ ਹੀ ਉਸ ਨੂੰ ਦੱਸਿਆ ਸੀ ਕਿ ਸਤਿਗੁਰ ਜੀ ਦੱਖਣ ਵੱਲ ਆ ਰਹੇ ਹਨ। ਸ਼ਿਵਨਾਭ ਦੇ ਅੰਦਰ ਸਤਿਗੁਰ ਜੀ ਦੇ ਦੀਦਾਰ ਕਰਨ ਦੀ ਤਾਂਘ ਦਿਨੋਂ ਦਿਨ ਵੱਧਦੀ ਗਈ। ਕਈ ਸਵਾਰਥੀ ਸਾਧੂ ਰਾਜੇ ਦੀ ਲਗਨ ਤੋਂ ਲਾਭ ਉਠਾਉਣ ਲਈ ਆਪਣੇ ਆਪ ਨੂੰ ਗੁਰੂ ਨਾਨਕ ਪ੍ਰਗਟ ਕਰਦੇ, ਪਰ ਜਦੋਂ ਉਹ ਸੁੰਦਰ ਇਸਤਰੀਆਂ ਭੇਜ ਕੇ ਉਹਨਾਂ ਦੀ ਪਰਖ ਕਰਦਾ ਤਾਂ ਉਹਨਾਂ ਦਾ ਪਾਜ ਆਪਣੇ ਆਪ ਹੀ ਉਗੜ ਜਾਂਦਾ। ਮਾਰਚ ਸੰਨ 1511 ਵਿੱਚ ਰਾਮੇਸ਼ਵਰ ਤੋਂ ਚੱਲ ਕੇ ਗੁਰੂ ਨਾਨਕ ਸਾਹਿਬ ਜੀ ਮਈ ਵਿੱਚ ਮਟੀਆ ਕਲਮ ਪਹੁੰਚੇ। ਰਾਜਾ ਸ਼ਿਵਨਾਭ ਨੂੰ ਉਹਨਾਂ ਦੇ ਆਉਣ ਦਾ ਪਤਾ ਲੱਗਾ। ਕਈ ਸਾਧੂਆਂ ਦੀ ਠੱਗੀ ਤੋਂ ਡਰੇ ਹੋਏ ਸਤਿਗੁਰ ਜੀ ਦੀ ਪਰਖ ਵਾਸਤੇ ਵੀ ਕਈ ਮੋਹਣੀਆਂ ਇਸਤਰੀਆਂ ਭੇਜੀਆਂ ਗਈਆਂ, ਪਰ ਉਹ ਕਿਸੇ ਤਰ੍ਹਾਂ ਵੀ ਉਹਨਾਂ ਉੱਤੇ ਆਪਣਾ ਅਸਰ ਨਾ ਪਾ ਸਕੀਆਂ। ਰਾਜੇ ਨੂੰ ਨਿਸ਼ਚਾ ਬੱਝ ਗਿਆ। ਆ ਕੇ ਦਰਸ਼ਨ ਕੀਤੇ। ਗੁਰੂ ਨਾਨਕ ਸਾਹਿਬ ਜੀ ਕੁਝ ਦਿਨ ਮਟੀਆ ਕਲਮ ਠਹਿਰੇ। ਇਤਨੇ ਨੂੰ ਸਵਾਮੀ ਕਾਰਤਿਕੇਯ ਦੀ ਯਾਤਰਾ ਵਾਲਾ ਦਿਹਾੜਾ ਆ ਪਹੁੰਚਿਆ। ਸਿੰਗਲਾ ਦੀਪ ਨਿਵਾਸੀਆਂ ਤੋਂ ਛੁੱਟ 18 ਰਜਵਾੜਿਆਂ ਦੇ ਰਾਜੇ ਵੀ ਆਇਆ ਕਰਦੇ ਸਨ। ਸਤਿਗੁਰ ਜੀ ਵੀ ਕੈਂਡੀ ਪਹੁੰਚੇ। ਜਦੋਂ ਕੀਰਤਨ ਦੇ ਖਿੱਚੇ ਲੋਕ ਉਹਨਾਂ ਪਾਸ ਪਹੁੰਚੇ ਤਾਂ ਉਹਨਾਂ ਨੇ ਸਭਨਾਂ ਨੂੰ ਇੱਕ ਅਕਾਲ ਪੁਰਖ ਦੀ ਭਗਤੀ ਵੱਲ ਪ੍ਰੇਰਿਤ ਕੀਤਾ ਅਤੇ ਸਾਰੀ ਖਲਕਤ ਨਾਲ ਪਿਆਰ ਕਰਨ ਦਾ ਉਪਦੇਸ਼ ਦਿੱਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਰਾਜਿਆਂ ਨੇ ਪਰਸਪਰ ਵਿਰੋਧ ਹੀ ਛੱਡ ਦਿੱਤਾ ਅਤੇ ਉਹ ਮੁੜ ਕੇਂਦਰੀ ਰਾਜਗੱਦੀ ਦਾ ਆਦਰ ਸਤਿਕਾਰ ਕਰਨ ਲੱਗ ਪਏ। ਸਾਰੇ ਰਾਜੇ ਸ਼ਿਵਨਾਭ ਨੂੰ ਮੁੜ ਆਪਣਾ ਸਰਦਾਰ ਮੰਨਣ ਲਈ ਤਿਆਰ ਹੋ ਗਏ। ਕਾਰਤਿਕੇਯ ਦੇ ਮੇਲੇ ਤੋਂ ਪਿੱਛੋਂ ਗੁਰੂ ਨਾਨਕ ਸਾਹਿਬ ਜੀ ਬਾਕੀ ਦੇ ਰਜਵਾੜਿਆਂ ਵਿੱਚ ਵੀ ਗਏ। 1 ਸਾਲ ਦੇ ਕਰੀਬ ਸਤਿਗੁਰ ਜੀ
ਸਿੰਗਲਾ ਦੀਪ ਵਿੱਚ ਹੀ ਠਹਿਰੇ। ਅਪ੍ਰੈਲ ਸਨ 1512 ਵਿੱਚ ਉੱਥੋਂ ਗੁਰੂ ਨਾਨਕ ਪਾਤਸ਼ਾਹ ਅਤੇ ਭਾਈ ਮਰਦਾਨਾ ਜੀ ਵਾਪਸ ਪਰਤੇ ਸਨ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਰਾਜੇ ਸ਼ਿਵਨਾਭ ਵੱਲੋਂ ਭੇਜੀਆਂ ਹੋਈਆਂ ਮੋਹਣੀਆਂ ਇਸਤਰੀਆਂ ਨੂੰ ਗਾਛੋ ਪੁੱਤਰੀ ਰਾਜ ਕੁਆਰ ਕਹਿਣਾ ਅਤੇ ਉਹਨਾਂ ਸਾਰੇ ਰਾਜਿਆਂ ਦਾ ਆਪਸ ਵਿੱਚ ਇਤਫਾਕ ਪਿਆਰ ਬਣਾਉਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਚੇ ਜੀਵਨ ਸਤਰ ਅਤੇ ਸਾਂਝੀਵਾਲਤਾ ਦੇ ਉਪਦੇਸ਼ ਦੀ ਹਾਮੀ ਭਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।